ਆਸਾ ਸਾਪ ਕੁੰਜ ਛੋੜੈ, ਬਿਖ ਨਹੀਂ ਛਾੜੈ। ਉਦਕ ਮਾਹੇ ਜੈਸੇ ਬਗ ਧਿਆਨ ਮੰਡੈ। ਕਾਹੇ ਕੋ ਕੀਜੈ ਧਿਆਨ ਜਪੰਨਾ, ਜਬ ਤੇ ਸ਼ੁੱਧ ਨਹੀਂ ਮਨ ਆਪਣਾ। ਰਹਾਉ ਸਿੰਘ ਚ ਭੋਜਨ ਜੋ ਨਰ ਜਾਣੈ, ਐਸੇ ਹੀ ਠੱਗ ਦਿਓ ਬਖਾਨੈ। ਨਾਮੇ ਕੇ ਸੁਆਮੀ ਲਾਹਿਲੇ ਝਗਰਾ, ਰਾਮ ਰਸਾਇਣ ਪੀਓ ਰੇ ਦਗਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਵਾਰੀ ਸਾਧ ਸੰਗਤ ਜੀਓ, ਭਗਤ ਨਾਮਦੇਵ ਜੀ ਦਾ ਇਹ ਪਾਵਨ ਉਚਾਰਨ ਕੀਤਾ ਸ਼ਬਦ, ਜਿਸ ਦਾ ਪਾਠ ਆਪ ਜੀ ਨੇ ਸਰਵਣ ਕੀਤਾ ਹੈ। ਸਾਡੀ ਸਭ ਤੋਂ ਵੱਡੀ ਮੁਸ਼ਕਿਲ ਇਹ ਹੈ ਕਿ ਭਗਤ ਜੀ ਮਹਾਰਾਸ਼ਟਰ ਦੇ ਹਨ ਅਤੇ ਉਹਨਾਂ ਨੇ ਮਰਾਠੀ ਬੋਲੀ ਵਿੱਚ ਜਿਨ੍ਹਾਂ ਸ਼ਬਦਾਂ ਦੀ ਵਰਤੋਂ ਆਮ ਕੀਤੀ ਗਈ ਹੈ, ਬਾਣੀ ਵਿੱਚ ਵੀ ਉਹ ਅੱਖਰ ਵਰਤੇ ਹਨ। ਤਾਂ ਉਹਨਾਂ ਅੱਖਰਾਂ ਨੂੰ ਜਾਣਨ ਵਾਸਤੇ ਸਾਨੂੰ ਵਧੇਰੇ ਧਿਆਨ ਨਾਲ ਮਿਹਨਤ ਕਰਨੀ ਜ਼ਰੂਰੀ ਹੈ। ਬਹੁਤੇ ਵਿਦਵਾਨਾਂ ਨੇ, ਜਿਵੇਂ ਦਾਸ ਕਈ ਵਾਰ ਕਹਿ ਚੁੱਕਾ ਹੈ, ਕਿ ਸ਼ਬਦਾਂ ਦੇ ਨਾਲ ਕੋਈ ਨਾ ਕੋਈ ਸਾਖੀ ਜੋੜੀ ਹੈ। ਸਾਖੀ ਦਾ ਇੱਕ ਫਾਇਦਾ ਤੇ ਜ਼ਰੂਰ ਹੈ ਕਿ ਗੱਲ ਛੇਤੀ ਸਮਝ ਵਿੱਚ ਆ ਜਾਂਦੀ, ਪਰ ਕਈ ਵਾਰੀ ਸਾਖੀਆਂ ਮਨ ਘੜਤ ਤੇ ਅਣਢੁੱਕੀਆਂ ਵੀ ਲਾਈਆਂ ਜਾਂਦੀਆਂ। ਤਾਂ ਇਸ ਸ਼ਬਦ ਬਾਰੇ ਵੀ ਵਿਦਵਾਨਾਂ ਨੇ ਕਿਹਾ ਕਿ ਨਦੀ ਦੇ ਕਿਨਾਰੇ ਭਗਤ ਨਾਮਦੇਵ ਜੀ ਕੱਪੜੇ ਧੋ ਰਹੇ ਸਨ ਅਤੇ ਉੱਥੇ ਇੱਕ ਸਾਧੂ ਬੈਠਾ ਹੋਇਆ ਆਸਣ ਉੱਤੇ ਬੈਠਾ ਮਾਲਾ ਜਪ ਰਿਹਾ ਸੀ। ਤਾਂ ਇੱਕ ਸ਼ਾਹੂਕਾਰ ਨਦੀ ਕਿਨਾਰੇ ਇਸ਼ਨਾਨ ਕਰਨ ਆਇਆ। ਉਸ ਨੇ ਆਪਣੇ ਬਸਤਰ ਲਾਏ ਅਤੇ ਧਨ ਦੀ ਥੈਲੀ ਸੀ ਉਹਦੇ ਕੋਲ, ਉਹ ਵੀ ਉਹਨੇ ਬਸਤਰਾਂ ਦੇ ਨੇੜੇ ਰੱਖੀ ਜਾਂ ਥੱਲੇ ਰੱਖੀ। ਨਾਮਦੇਵ ਜੀ ਤਾਂ ਆਪਣੇ ਰੰਗ ਵਿੱਚ ਬਸਤਰ ਧੋ ਰਹੇ ਸਨ। ਉਹਨਾਂ ਨੇ ਨਾ ਸ਼ਾਹੂਕਾਰ ਨੂੰ ਦੇਖਿਆ ਅਤੇ ਨਾ ਹੀ ਉਹਦੇ ਕੱਪੜਿਆਂ ਜਾਂ ਧਨ ਵੱਲ ਦੇਖੇ। ਪਰ ਉਹ ਜਿਹੜਾ ਸਾਧੂ ਸੀ, ਉਹ ਕਦੇ ਅੱਖਾਂ ਮੀਚ ਲੈਂਦਾ ਸੀ, ਕਦੇ ਖੋਲ੍ਹ ਲੈਂਦਾ ਸੀ, ਅਤੇ ਉਸ ਨੇ ਉਸ ਸ਼ਾਹੂਕਾਰ ਦੇ ਕੱਪੜਿਆਂ ਵੱਲ ਅਤੇ ਥੈਲੀ ਵੱਲ ਦੇਖੇ। ਜਦੋਂ ਸ਼ਾਹੂਕਾਰ ਨਦੀ ਵਿੱਚ ਇਸ਼ਨਾਨ ਕਰਨ ਲਈ ਵੜ ਗਿਆ, ਉਹਨੇ ਟੁੱਬਾ ਲਾਇਆ ਅਤੇ ਇੰਨੀ ਦੇਰ ਵਿੱਚ ਸਾਧੂ ਨੇ ਉਸ ਦੀ ਉਹ ਥੈਲੀ ਚੁੱਕ ਕੇ ਆਪਣੇ ਆਸਣ ਥੱਲੇ ਰੱਖ ਲਈ। ਜਦੋਂ ਸ਼ਾਹੂਕਾਰ ਨਦੀ ਤੋਂ ਬਾਹਰ ਆਇਆ, ਕੱਪੜੇ ਪਾਉਣ ਲੱਗਾ ਅਤੇ ਧਨ ਦੀ ਥੈਲੀ ਨਹੀਂ ਸੀ। ਉਹਦਾ ਧਿਆਨ ਨਾਮਦੇਵ ਜੀ ਵੱਲ ਗਿਆ, ਸਾਧੂ ਵੱਲ ਵੀ ਗਿਆ। ਉਹਨੇ ਕਿਹਾ, ਸਾਧੂ ਤੇ ਆਪਣੇ ਧਿਆਨ ਵਿੱਚ ਬੈਠਾ ਸਿਮਰਨ ਕਰ ਰਿਹਾ। ਉਹਨੇ ਨਾਮਦੇਵ ਜੀ ਦੇ ਗਲ ਵਿੱਚ ਪਰਨਾ ਪਾ ਲਿਆ, ਬਈ ਤੂੰ ਮੇਰੇ ਧਨ ਦੀ ਥੈਲੀ ਚੁੱਕੀ, ਹੋਰ ਕੋਈ ਹੈ ਨਹੀਂ ਇੱਥੇ। ਤੋ ਨਾਮਦੇਵ ਜੀ ਨੇ ਬੜਾ ਸਮਝਾਇਆ, ਬਈ ਨਹੀਂ, ਮੈਂ ਨਹੀਂ ਤੇਰੀ ਥੈਲੀ ਚੁੱਕੀ। ਉਹਨਾਂ ਨੂੰ ਝਗੜਦਿਆਂ ਦੇਖ ਕੇ ਉਹ ਸਾਧੂ ਵੀ ਉੱਠ ਕੇ ਉੱਥੇ ਕੋਲ ਆ ਗਿਆ। ਕੁਦਰਤ ਦੀ ਨੇਤ ਐਸੀ ਹੋਈ ਕਿ ਹਵਾ ਚੱਲੀ ਅਤੇ ਹਵਾ ਦੇ ਨਾਲ ਸਾਧੂ ਦਾ ਆਸਣ ਉੱਡ ਗਿਆ ਅਤੇ ਥੈਲੀ ਥੱਲੋਂ ਨਿਕਲ ਆਈ। ਜਦੋਂ ਸ਼ਾਹੂਕਾਰ ਨੂੰ ਥੈਲੀ ਮਿਲ ਗਈ, ਫਿਰ ਉਸਨੇ ਉਸ ਸਾਧੂ ਦੇ ਗਲ ਵਿੱਚ ਕੱਪੜਾ ਪਾਇਆ, ਬਈ ਤੂੰ ਸਾਧੂ ਹੈ ਕਿ ਕੌਣ ਹੈ। ਭਗਤ ਨਾਮਦੇਵ ਜੀ ਵੀ ਇਹ ਸਾਰਾ ਮਾਜਰਾ ਦੇਖ ਕੇ ਆ ਗਏ ਅਤੇ ਉਹ ਸ਼ਾਹੂਕਾਰ ਨੂੰ ਕਹਿਣ ਲੱਗੇ, ਚੱਲ ਤੇਰੀ ਥੈਲੀ ਮਿਲ ਗਈ ਹੈ ਅਤੇ ਇਹਨੂੰ ਛੱਡ ਦੇ। ਸ਼ਾਹੂਕਾਰ ਤੇ ਆਪਣੀ ਥੈਲੀ ਲੈ ਕੇ ਚਲਾ ਗਿਆ। ਪਰ ਭਗਤ ਨਾਮਦੇਵ ਜੀ ਨੇ ਉਸ ਸਾਧੂ ਨੂੰ ਵੀ ਉਪਦੇਸ਼ ਦਿੱਤਾ ਅਤੇ ਸਾਨੂੰ ਸਾਰਿਆਂ ਨੂੰ ਵੀ ਉਪਦੇਸ਼ ਦਿੱਤਾ। ਅਤੇ ਕੀ ਕਹਿਣ ਲੱਗੇ
ਕਾਹੇ ਕੋ ਕੀਜੈ ਧਿਆਨ ਜਪੰਨਾ। हे ਪਖੰਡੀ, ਤੂੰ ਇਹ ਕੀ ਕਰ ਰਿਹਾ? ਕਾਹੇ ਕੋ ਕੀਜੈ ਧਿਆਨ ਜਪੰਨਾ, ਭਾਵ ਤੂੰ ਆਪਣਾ ਧਿਆਨ ਲਾ ਕੇ ਜਾਪ ਕਰਨ ਦਾ ਯਤਨ ਕਰ ਰਿਹਾ। ਤੇਰੇ ਇਸ ਯਤਨ ਦਾ ਕੀ ਫਾਇਦਾ? ਗੱਲ ਤਾਂ ਬਿਲਕੁਲ ਠੀਕ ਸੀ, ਪਰ ਕਈ ਲੋਕ ਇਸ ਤੋਂ ਇਹ ਕਹਿੰਦੇ ਜੀ ਫਿਰ ਨਾਮ ਨਹੀਂ ਜਪਣਾ ਚਾਹੀਦਾ। ਅਰੇ ਨਹੀਂ, ਮੈਂ ਹਮੇਸ਼ਾ ਬੇਨਤੀ ਕਰਦਾ ਕਿ ਜਿਸ ਪ੍ਰਥਾਏ ਕੋਈ ਗੱਲ ਕਹੀ ਜਾਏ, ਪਹਿਲਾਂ ਉਸ ਗੱਲ ਨੂੰ ਸਮਝਣ ਦਾ ਯਤਨ ਕਰੋ। ਇਹਦੇ ਵਿੱਚ ਨਾਮ ਜਪਣ ਲਈ ਰੋਕਿਆ ਨਹੀਂ। ਉਸ ਪਖੰਡੀ ਆਦਮੀ ਨੂੰ ਇਹ ਗੱਲ ਕਹੀ ਹੈ, ਕਾਹੇ ਕੋ ਕੀਜੈ ਧਿਆਨ ਜਪੰਨਾ, ਜਬ ਤੇ ਸ਼ੁੱਧ ਨਹੀਂ ਮਨ ਆਪਣਾ। ਜਦੋਂ ਤੀਕਰ ਤੇਰਾ ਮਨ ਸ਼ੁੱਧ ਨਹੀਂ ਹੈਗਾ, ਤੇਰੇ ਮਨ ਵਿੱਚ ਉਹ ਖੋਟ ਹੈ ਤਥਾ ਭੈੜੇ ਕੰਮ ਕਰਨ ਦੀ ਲਾਲਸਾ ਉਵੇਂ ਹੀ ਬਣੀ ਹੋਈ ਹੈ, ਤਾਂ ਫਿਰ ਤੇਰੇ ਇਹ ਧਿਆਨ ਲਾ ਕੇ ਬੈਠਣ ਦਾ ਕੀ ਫਾਇਦਾ? ਇਹਦਾ ਮਤਲਬ ਤਾਂ ਇਹ ਹੈ ਕਿ ਤੈਨੂੰ ਆਪਣਾ ਮਨ ਵੀ ਸ਼ੁੱਧ ਕਰਨਾ ਚਾਹੀਦਾ। ਤੋ ਇਸ ਤੋਂ ਭਗਤ ਜੀ ਦੀ ਉਸ ਸਿੱਖਿਆ ਦਾ ਜੋ ਸਿੱਖਿਆ ਸਾਨੂੰ ਮਿਲਦੀ ਉਹ ਲੈਣੀ ਚਾਹੀਦੀ। ਭਾਈ ਸਿਮਰਨ ਕਰਨ ਦਾ ਫਾਇਦਾ ਤੇ ਤਾਂ ਹੈ ਜੇ ਮਨ ਵੀ ਸ਼ੁੱਧ ਹੋਵੇ। ਬੜੇ ਸ਼ਬਦ ਮਹਾਰਾਜ ਨੇ, ਭਗਤ ਜਨਾਂ ਨੇ ਬਾਣੀ ਵਿੱਚ ਲਿਖੇ ਨੇ, ਅੰਤਰ ਮੈਲ ਜੇ ਤੀਰਥ ਨਹਾਵੈ ਤਿਸ ਬੈਕੁੰਠ ਨ ਜਾਣ। ਇਸੇ ਤਰ੍ਹਾਂ ਮਾਥੇ ਤਿਲਕ ਹੱਥ ਮਾਲਾ ਬਾਨਾ, ਲੋਗਨ ਰਾਮ ਖਿਲੌਣਾ ਜਾਨਾ। ਐਸੇ ਸੰਤ ਨ ਮੋਹ ਕੋ ਭਾਵੇਂ, ਡਾਲਾ ਸਿਉ ਪੇਡਾ ਗਟਕਾਵੇਂ। ਇਹ ਸਾਰੇ ਸ਼ਬਦ ਉਹਨਾਂ ਪਖੰਡੀਆਂ ਵਾਸਤੇ ਕਹੇ ਗਏ। ਤੋ ਭਗਤ ਨਾਮਦੇਵ ਜੀ ਇਸ ਪਾਵਨ ਸ਼ਬਦ ਵਿੱਚ ਉਸ ਪਾਖੰਡੀ ਸਾਧੂ ਪ੍ਰਤੀ ਇਹ ਉਪਦੇਸ਼ ਕਰ ਰਹੇ ਨੇ। ਇਹ ਉਪਦੇਸ਼ ਸਾਡੇ ਸਾਰਿਆਂ ਵਾਸਤੇ। ਆਮ ਇੱਕ ਮੁਹਾਵਰਾ ਅਸੀਂ ਸੁਣਦੇ ਹਾਂ, ਬਗਲ ਮੇ ਛੁਰੀ ਮੂੰਹ ਮੇ ਰਾਮ ਰਾਮ। ਐਸੇ ਲੋਕ ਜਿਹੜੇ ਨੇ, ਜਿਹੜੇ ਮੂੰਹੋਂ ਰਾਮ ਰਾਮ ਕਹਿੰਦੇ ਨੇ, ਬਗਲ ਮੇ ਛੁਰੀ ਰੱਖਦੇ ਨੇ ਅਗਲੇ ਦੀ ਜੇਬ ਕੱਟਣ ਲਈ। ਤੋ ਭਗਤ ਨਾਮਦੇਵ ਜੀ ਤਾਂ ਕਹਿ ਰਹੇ ਨੇ, ਭਾਈ ਕਾਹੇ ਕੋ ਕੀਜੈ ਧਿਆਨ ਜਪੰਨਾ। ਇਹ ਜਿਹੜਾ ਤੂੰ ਧਿਆਨ ਲਾ ਕੇ ਜਪ ਕਰ ਰਿਹਾ ਹੈ, ਇਹਦਾ ਕੀ ਫਾਇਦਾ? ਜਬ ਤੇ ਸ਼ੁੱਧ ਨਾਹੀ ਮਨ ਆਪਣਾ। ਜਦੋਂ ਤੋਂ ਤੇਰਾ ਮਨ ਸ਼ੁੱਧ ਨਹੀਂ ਹੈਗਾ, ਮਨ ਵਿੱਚ ਤਾਂ ਉਸੇ ਤਰ੍ਹਾਂ ਵਿਸ਼ੇ ਵਿਕਾਰ ਹਨ, ਮਨ ਵਿੱਚ ਤਾਂ ਉਸੇ ਤਰ੍ਹਾਂ ਦੁਨੀਆ ਨੂੰ ਧੋਖਾ ਦੇਣ ਦੀ ਗੱਲ ਹੈ, ਮਨ ਵਿੱਚ ਤਾਂ ਉਸੇ ਤਰ੍ਹਾਂ ਲੋਕਾਂ ਨੂੰ ਠੱਗਣ ਦੀ ਗੱਲ ਹੈ, ਤਾਂ ਫਿਰ ਇਹ ਬਾਹਰਲਾ ਭੇਖ ਕਿਹੜੇ ਕੰਮ? ਤੋ ਸਤਸੰਗਤ ਤੇ ਹਰ ਮਨੁੱਖ ਲਈ, ਹਰ ਪ੍ਰਾਣੀ ਮਾਤਰ ਲਈ ਬੜਾ ਜ਼ਰੂਰੀ ਹੈ। ਜੇ ਅਸੀਂ ਪਰਮਾਤਮਾ ਦਾ ਸਿਮਰਨ ਕਰਦੇ ਹਾਂ ਤਾਂ ਸਾਨੂੰ ਆਪਣਾ ਮਨ ਵੀ ਸ਼ੁੱਧ ਕਰਨਾ ਚਾਹੀਦਾ। ਪਰ ਅੱਜ ਬਹੁ ਗਿਣਤੀ ਲੋਕ ਐਸੇ ਪ੍ਰਪੰਚੀ ਬਣੇ ਹੋਏ ਨੇ, ਸਗੋਂ ਉਹ ਲੋਕਾਂ ਦੀ ਸ਼ਰਧਾ ਨੂੰ ਠੇਸ ਪਹੁੰਚਾਉਣ ਦਾ ਕਾਰਨ ਬਣਦੇ ਹਨ। ਭਗਤ ਜੀ ਕਹਿੰਦੇ ਨੇ, ਉਹਨਾਂ ਦੀ ਹਾਲਤ ਤੇ ਇਹ ਹੈ, ਸਾਂਪ ਕੁੰਚ ਛੋੜੈ ਬਿਖ ਨਹੀਂ ਛੱਡੈ। ਕੁੰਚ ਸਾਡੇ ਆਮ ਪੰਜਾਬੀ ਵਿੱਚ ਕੁੰਜ ਕਹਿ ਦਿੰਦੇ, ਕਿਉਂਕਿ ਕਹਿੰਦੇ ਨੇ ਸੱਪ ਜਿਹੜਾ ਹੈ ਉਹ ਕੁਝ ਮਹੀਨਿਆਂ ਬਾਅਦ ਆਪਣੀ ਕੁੰਜ ਲਾ ਦਿੰਦਾ। ਇਹ ਤਾਂ ਤੇਰੀ ਉਹ ਕਰਤੱਵ ਹੈ ਕਿ ਜਿਹੜਾ ਜਿਵੇਂ ਸੱਪ ਕੁੰਜ ਛੱਡ ਦਿੰਦਾ ਪਰ ਅੰਦਰੋਂ ਜ਼ਹਿਰ ਨਹੀਂ ਛੱਡਦਾ। ਕੋਈ ਬਹੁਤੇ ਔਖੇ ਅਰਥ ਨਹੀਂ ਹੈਗੇ, ਥੋੜ੍ਹੇ ਜਿਹੇ ਧਿਆਨ ਦੇਣ ਦੀ ਲੋੜ ਹੈ ਕਿ ਅੱਜ ਬਹੁਤ ਸਾਰੇ ਲੋਕ ਸਾਧੂ ਬਣੇ ਹੋਏ ਨੇ, ਜਿਹੜੇ ਗ੍ਰਸਤ ਛੱਡ ਕੇ, ਗ੍ਰਸਤ ਦੀਆਂ ਜ਼ਿੰਮੇਵਾਰੀਆਂ ਤੋਂ ਭੱਜ ਕੇ ਇਹ ਜ਼ਾਹਰ ਕਰਦੇ ਨੇ ਕਿ ਅਸੀਂ ਬਿਲਕੁਲ ਸਾਧੂ ਬਣ ਗਏ, ਪਰ ਅੰਦਰੋਂ ਭੈੜੇ ਵਿਚਾਰਾਂ ਦੀ, ਠੱਗੀਆਂ ਮਾਰਨ ਦੀ, ਧੋਖਾ ਕਰਨ ਦੀ ਜ਼ਹਿਰ ਨਹੀਂ ਛੱਡਦੇ। ਇਹ ਤਾਂ ਬਿਲਕੁਲ ਉਹ ਗੱਲ ਹੋ ਗਈ ਕਿ ਸਾਂਪ ਕੁੰਚ ਛੋੜੈ ਬਿਖ ਨਹੀਂ ਛੱਡੈ। ਉਹ ਜਿਹੜਾ ਜ਼ਹਿਰ ਹੈ, ਜਿਹੜੇ ਅੰਦਰ ਮੰਦੇ ਵਿਚਾਰ ਨੇ, ਉਹਨਾਂ ਨੂੰ ਨਹੀਂ ਛੱਡਦੇ। ਉਹਨਾਂ ਸਾਰੀਆਂ ਕਹਾਣੀਆਂ ਨੂੰ ਜਦੋਂ ਸਾਡੇ ਸਾਹਮਣੇ ਅਖਬਾਰਾਂ ਨੇ ਵਰਣਨ ਕਰ ਦਿੱਤਾ, ਜਦੋਂ ਨਿਆਇਆਲਿਆ ਨੇ
ਉਹਨਾਂ ਤੋਂ ਪਰਦਾ ਚੁੱਕ ਦਿੱਤਾ। ਠੀਕ ਹੈ, ਹਾਲੀ ਵੀ ਅੰਧ ਵਿਸ਼ਵਾਸੀ ਲੋਕ ਜਿਹੜੇ ਨੇ ਉਹ ਮੰਨਣ ਲਈ ਤਿਆਰ ਨਹੀਂ, ਪਰ ਜੋ ਕੁਝ ਭਗਤ ਨਾਮਦੇਵ ਜੀ ਕਹਿ ਰਹੇ ਨੇ ਉਹ 16 ਆਨੇ ਸੱਚ ਹੈ। ਅੱਜ ਵੀ ਸੰਸਾਰ ਵਿੱਚ ਇਸ ਤਰ੍ਹਾਂ ਦੇ ਕਈ ਦੰਭੀ ਪਖੰਡੀ ਹਨ ਜਿਹੜੇ ਭੋਲੇ ਭਾਲੇ ਲੋਕਾਂ ਨੂੰ ਠੱਗਦੇ ਹਨ। ਭਗਤ ਜੀ ਕਹਿੰਦੇ ਨੇ ਇਹਨਾਂ ਨੂੰ ਇਸ ਦਿਖਾਵੇ ਕਰਨ ਦਾ ਕੀ ਫਾਇਦਾ ਹੋਵੇ। ਸਾਂਪ ਕੁੰਚ ਛੋੜੈ ਬਿਖ ਨਹੀਂ ਛਾੜੈ, ਉਦਕ ਮਾਹੇ ਜੈਸੇ ਬਗ ਧਿਆਨ ਮੰਡੈ। ਆਖਿਆ ਜਿਸ ਤਰ੍ਹਾਂ ਪਾਣੀ ਦੇ ਕਿਨਾਰੇ, ਉਦਕ ਕਹਿੰਦੇ ਨੇ ਪਾਣੀ ਨੂੰ, ਪਾਣੀ ਦੇ ਕਿਨਾਰੇ ਖੜਾ ਹੋ ਕੇ ਬਗਲਾ ਇੱਕ ਲੱਤ ਦੇ ਭਾਰ ਅੱਖਾਂ ਬੰਦ ਕਰਕੇ ਬੈਠ, ਲੋਕ ਸਮਝਦੇ ਨੇ ਬੜੀ ਭਗਤੀ ਕਰ ਰਿਹਾ, ਪਰ ਉਹਦਾ ਧਿਆਨ ਜਿਹੜਾ ਹੁੰਦਾ ਉਹ ਡੱਡੀਆਂ ਮੱਛੀਆਂ ਵਿੱਚ ਲੱਗਾ ਹੁੰਦਾ। ਕਈ ਵਾਰੀ ਇਹ ਨਜ਼ਾਰਾ ਆਪਣੀਆਂ ਅੱਖਾਂ ਨਾਲ ਵੀ ਦੇਖਿਆ। ਕੈਸੀ ਮਿਸਾਲ ਦਿੱਤੀ ਹੈ ਕਿ ਜਦੋਂ ਕੋਈ ਡੱਡੂ ਜਾਂ ਮੱਛੀ ਸਿਰ ਚੁੱਕਦਾ ਉਹ ਬਗਲਾ ਹੌਲੀ ਜਿਹੇ ਚੁੜਪ ਕੇ ਖਾ ਲੈਂਦਾ, ਫਿਰ ਉਸੇ ਤਰ੍ਹਾਂ ਅੱਖਾਂ ਮੀਚ ਲੈਂਦਾ। ਤੋ ਇਹੋ ਜਿਹੇ ਦੰਭੀ ਪਖੰਡੀ ਲੋਕ ਜਿਹੜੇ ਨੇ ਉਹਨਾਂ ਦੀ ਇਹ ਸਾਰੀ ਕਿਰਿਆ ਉਸ ਬਗਲੇ ਦੀ ਸਮਾਧੀ ਵਰਗੀ, ਇਸੇ ਵਾਸਤੇ ਉਹਨੂੰ ਬਗਲ ਸਮਾਧੀ ਕਿਹਾ ਜਾਂਦਾ। ਸਾਂਪ ਕੁੰਚ ਛੋੜੈ ਬਿਖ ਨਹੀਂ ਛਾੜੈ, ਉਦਕ ਮਾਹੇ ਜੈਸੇ ਬਗ ਧਿਆਨ ਮੰਡੈ। ਸੱਚਮੁੱਚ ਉਹ ਜਿਹੜਾ ਪਖੰਡੀ ਸਾਧੂ ਸੀ ਜਿਸ ਨੇ ਨਦੀ ਦੇ ਕਿਨਾਰੇ ਆਸਨ ਲਾ ਕੇ ਮਾਲਾ ਫੇਰ ਰਿਹਾ ਸੀ, ਕਿ ਉਹਦੇ ਉੱਤੇ ਬਿਲਕੁਲ ਠੀਕ ਨਹੀਂ ਟੁਕ, ਪਰ ਭਗਤ ਨਾਮਦੇਵ ਜੀ ਕਿਉਂਕਿ ਸੱਚ ਦੇ ਪਾਂਧੀ ਸਨ, ਉਹਨਾਂ ਦਾ ਮਕਸਦ ਸੀ ਜੀਵਨ ਵਿੱਚ ਲੋਕਾਂ ਨੂੰ ਸਿੱਧੇ ਰਸਤੇ ਤੋਰਨ। ਆਪ ਕਿਉਂਕਿ ਜਿਹੜਾ ਸੱਚ ਦਾ ਧਾਰਨੀ ਹੋਵੇ ਉਹ ਦੂਜਿਆਂ ਨੂੰ ਵੀ ਚਾਹੁੰਦਾ, ਤੋ ਭਗਤ ਨਾਮਦੇਵ ਜੀ ਉਸ ਨੂੰ ਸੰਬੋਧਨ ਕਰਕੇ ਕਹਿੰਦੇ, ਤੂੰ ਆਪਣਾ ਸਮਾਂ ਅਜਾਈਂ ਗਵਾ ਰਿਹਾ, ਤੂੰ ਇਹ ਸਾਰੀ ਕਿਰਿਆ ਕਰਕੇ ਲੋਕਾਂ ਨੂੰ ਧੋਖਾ ਦੇ ਰਿਹਾ। ਨਿਰਾ ਲੋਕਾਂ ਨੂੰ ਧੋਖਾ ਨਹੀਂ ਦੇ ਰਿਹਾ, ਆਪਣੇ ਆਪ ਨੂੰ ਵੀ ਧੋਖਾ ਦੇ ਰਿਹਾ। ਕਾਹੇ ਕੋ ਕੀਜੈ ਧਿਆਨ ਜਪੰਨਾ, ਜਬ ਤੇ ਸ਼ੁੱਧ ਨਾਹੀ ਮਨ ਆਪਣਾ। ਜਦੋਂ ਤੇਰਾ ਆਪਣਾ ਮਨ ਸ਼ੁੱਧ ਨਹੀਂ, ਤੇਰੀ ਹਾਲਤ ਤੇ ਬਿਲਕੁਲ ਉਹ ਹੈ, ਸਿੰਘ ਚ ਭੋਜਨ ਜੋ ਨਰ ਜਾਣੈ। ਇਹ ਗੱਲ ਹੋਰ ਵੀ ਔਖੀ ਹੈ, ਸਿੰਘ ਚ ਭੋਜਨ ਜੋ ਨਰ ਜਾਣੈ। ਸਿੰਘ ਚ, ਸਿੰਘ ਦੇ, ਸ਼ੇਰ ਦੇ ਅੱਜ ਕਹੀਏ ਭੋਜਨ ਖਾਣ ਦਾ ਜੋ ਤਰੀਕਾ, ਉਹਦੀ ਬੜੀ ਲੰਬੀ ਗਾਥਾ ਲਿਖੀ। ਸ਼ੇਰ ਆਮ ਤੌਰ 'ਤੇ ਆਪਣੇ ਸੁਭਾਅ ਮੁਤਾਬਕ ਜਾਨਵਰਾਂ ਨੂੰ ਮਾਰਦਾ ਹੈ, ਖਾਂਦਾ ਹੈ, ਅਤੇ ਫਿਰ ਉਹ ਖਾ ਕੇ ਸੌਂ ਜਾਂਦਾ। ਅਤੇ ਜਦੋਂ ਸੌਂ ਜਾਂਦਾ ਤੇ ਕਹਿੰਦੇ ਨੇ ਉਸ ਦਾ ਮੂੰਹ ਖੁੱਲ੍ਹ ਜਾਂਦਾ। ਇੱਕ ਤਧੀਰਾ ਨਾਮ ਦਾ ਪੰਛੀ ਹੈ ਜਿਹੜਾ ਇਤਨਾ ਤਿੱਖਾ ਹੈ, ਤੇਜ਼ ਹੈ, ਪਰ ਉਹ ਬੋਲੀ ਜਿਹੜੀ ਬੋਲਦਾ ਹੈ ਉਹ ਕਹਿੰਦਾ ਸਹਿਸਾ ਨਾ ਕਰ, ਸਹਿਸਾ ਨਾ ਕਰ, ਬੜਾ ਮਿੱਠਾ ਜਿਹਾ ਬੋਲਦਾ। ਪਰ ਜਦੋਂ ਸ਼ੇਰ ਸੁੱਤਾ ਹੁੰਦਾ ਤੇ ਉਹਦਾ ਮੂੰਹ ਖੁੱਲ੍ਹਾ ਵੇਖ ਕੇ ਇੰਨੀ ਹੁਸ਼ਿਆਰੀ ਦੇ ਨਾਲ ਉਹਦੇ ਮੂੰਹ ਦੇ ਵਿੱਚੋਂ, ਦਾੜਾਂ ਦੇ ਵਿੱਚੋਂ ਫਸਿਆ ਹੋਇਆ ਮਾਸ ਕੱਢ ਕੇ ਲੈ ਜਾਂਦਾ। ਕਹਿੰਦੇ ਬਿਲਕੁਲ ਇਹੋ ਜਿਹੇ ਲੋਕ ਜਿਹੜੇ ਹਨ, ਜਿਹੜੇ ਲੋਕਾਂ ਦੇ ਭੋਲੇਪਨ ਦਾ ਫਾਇਦਾ ਉਠਾ ਕੇ ਉਹਨਾਂ ਨੂੰ ਲੁੱਟਦੇ ਹਨ, ਖਸੁੱਟਦੇ ਹਨ, ਉਹਨਾਂ ਨੂੰ ਧਰਮ ਦਾ ਚੋਗਾ ਪਾ ਕੇ ਵਰਗਲਾਉਂਦੇ ਹਨ, ਇਹ ਤਾਂ ਬਿਲਕੁਲ ਉਸ ਪੰਛੀ ਵਰਗੇ ਹਨ। ਸਿੰਘ ਚ ਭੋਜਨ ਜੋ ਨਰ ਜਾਣੈ, ਐਸੇ ਹੀ ਠੱਗ ਦਿਓ ਬਖਾਨੇ। ਇਹੋ ਜਿਹੇ ਬੰਦੇ ਠੱਗ ਦਿਓ, ਠੱਗਾਂ ਦੇ ਗੁਰੂ ਕਹੇ ਜਾਂਦੇ। ਜਿਵੇਂ ਭਗਤ ਜੀ ਨੇ ਕਿਹਾ ਹੈ, ਐਸੇ ਸੰਤ ਨਾ ਮੋਹ ਕੋ ਭਾਵੇਂ, ਡਾਲਾ ਸਿਉ ਪੇਡਾ ਗਟਕਾਵੇਂ, ਬਾਸਨ ਮਾਂਜ ਚਰਾਵੇਂ ਉੱਪਰ, ਕਾਠੀ ਧੋਏ ਜਲਾਵੇਂ, ਬਸੁਦਾ ਖੋਦ ਕਰੈਂ ਦੋਏ ਚੂਲੇ, ਸਾਰੇ ਮਾਨਸ ਖਾਵੇਂ। ਤੋ ਸਾਰੇ ਮਹਾਂਪੁਰਖਾਂ ਨੇ ਇਸ ਤਰ੍ਹਾਂ ਦੇ ਪਖੰਡ ਨੂੰ ਕੰਡੈਮ ਕੀਤਾ,
ਗੁਰੂ ਨਾਨਕ ਦੇਵ ਪਾਤਸ਼ਾਹ ਵੀ ਕਹਿੰਦੇ ਨੇ, ਇੱਕ ਦਫਾ ਇੱਕ ਤੀਰਥ ਦੇ ਕਿਨਾਰੇ ਬੈਠੇ ਸਨ ਤੇ ਉੱਥੇ ਇੱਕ ਸਾਧੂ ਬੈਠਾ ਸੀ। ਉਸ ਸਾਧੂ ਦੇ ਆਲੇ ਦੁਆਲੇ ਉਹਦੇ ਕੁਝ ਸ਼ਰਧਾਲੂ ਵੀ 5-4 ਬੈਠੇ ਸਨ। ਉਹ ਸਾਧੂ ਦੇ ਅੱਗੇ ਇੱਕ ਚੌਕੀ ਪਈ ਸੀ। ਚੌਕੀ ਉੱਤੇ ਇੱਕ ਥਾਲੀ ਸੀ। ਥਾਲੀ ਵਿੱਚ ਇੱਕ ਮੂਰਤੀ ਸੀ। ਮੂਰਤੀ ਅੱਗੇ ਧੂਪ ਤੁਖ ਰਿਹਾ ਸੀ ਤੇ ਲੋਕ ਸ਼ਰਧਾ ਵਸੀ ਉਸ ਥਾਲੀ ਵਿੱਚ ਕੁਝ ਪੈਸੇ ਮੱਥਾ ਟੇਕ ਰਹੇ ਸਨ। ਤੇ ਕਦੇ ਕਦੇ ਉਹ ਸਾਧੂ ਆਪਣੇ ਨੇਤਰ ਖੋਲ ਕੇ ਕਹਿੰਦਾ, ਭਗਤ ਜਨੋ, जब मैं समाधि लगाता हूँ मुझे 3 लोक के दर्शन हो जाते। अंतरजामी सतगुरु जानते सन कि पखंड कर रहे। उन्होंने भाई मरदाना जी की ड्यूटी लाई। भाई मरदाना जी, जदों हुणे साधु अखां मीटे ना, तुसी हौली जाए इहदी चौंकी चुक के इहदे पिछले पासे रख देनी। मरदाना जी ने हुक्म मन्निया। जदों उसने अखां मीचियां, उन्होंने चौंकी चुक के पिछे रख दी। हुण जदों उसने अखां खोलियां तो चौकी नज़र नहीं आई। वो अपने उन्हां श्रद्धालुआं नूं कहण लगा, भाई मेरी चौकी किधर है। सतगुरु गुरु नानक देव पातशाह भी कोल आ गए ते कहण लगे, साधु जी, तुसीं तां कह रहे सी कि तुहानूं 3 लोकां दी सोझी हो जांदी। तुहाडी चौंकी 3 लोकां तो बाहर नहीं गई। तुसीं समाधि लाओ ते अपनी चौंकी देख लो। महाराज ने उत्थे बचन उचारिया कि इहो जिहे लोक की करदे ने। आंट से 3 नाग पकड़े, सूझते 3 लो, मगर पाछे कछ न सूझे। ये जगत अलो आख्या इहो जे पखंडी। उन्होंने समझाया तो सारे महापुरख समय समय इस तरह के लोगों को समझाते रहे ते सानू भी इस तो भाई सिक्ख्या लैनी चाहिए। निरा बाहरला किसी का भेख वेख के, किसी का पखंड वेख के रीझ नहीं जाना चाहिए। तो भगत नामदेव जी ने भी इस शब्द विच उस पखंडी नूं ये उपदेश किया। सानू सारियां नूं सावधान किया, बई नाम जपो, सिमरन करो, पर पखंड ना करो। वो हालत ना होवे कि सांप कुंच छोड़े, बिख नहीं छाड़े, उदक माहे जैसे बग ध्यान मांडे। काहे को कीजै ध्यान जपन्ना, जब ते शुद्ध नाही मन अपना। रहाओ सिंह च भोजन जो नर जाने, ऐसे ही ठग दिओ बखाने। ये जिहड़े ठगां दे दिओ, ये ठगां दे गुरु हन, ਜਿਹੜੇ ਇਸ ਤਰ੍ਹਾਂ ਦੇ ਤਰੀਕਿਆਂ ਨਾਲ ਭੋਲੇ ਭਾਲੇ ਲੋਕਾਂ ਨੂੰ ਲੁੱਟਦੇ ਹਨ, ਠੱਗਦੇ ਹਨ, ਔਰ ਉਹਨਾਂ ਦੇ ਨਾਲ ਹਰ ਤਰ੍ਹਾਂ ਦੀ ਬਦਮਾਸ਼ੀ ਕਰਦੇ। ਫਿਰ ਨਾਮਦੇਵ ਜੀ ਬੜਾ ਸਪਸ਼ਟ ਕਹਿੰਦੇ, ਨਾਮੇ ਕੇ ਸੁਆਮੀ ਲਾਹੇ ਲੈ ਝਗੜਾ। ਕਹਿੰਦੇ ਮੇਰੇ ਤੇ ਪ੍ਰਭੂ ਨੇ ਕਿਰਪਾ ਕਰ ਦਿੱਤੀ। ਮੇਰੇ ਅੰਦਰੋਂ ਇਹ ਪਖੰਡ ਵਾਲਾ ਝਗੜਾ ਕੱਢ ਦਿੱਤਾ। मैं अपनी किरत करदा हाँ ते नाम जपदा हाँ, किसी की कमाई वाल कोई ध्यान नहीं। इसे तरह भगत जी उस पखंडी नूं भी कहते हैं, राम रसायन पियो रे दगरा। हुण ये दगरा अखर जिहड़ा, क्योंकि पंजाबी बोली विच कदे सुनिया पढ़िया नहीं, ये मराठी बोली का अखर कहा जाता। पर हुण इस दगरे दे अर्थ जिहड़े ने वो ਵੱਖ-ਵੱਖ विद्वानां ने ਵੱਖ-ਵੱਖ कीते। कईयां ने ते इहदे अर्थ कीते ने पत्थर चित्त, है कठोर चित्त मनुख। पर भाई कान सिंह जी नाभा महान कोश विच लिखते ने राही मुसाफर।
सचमुच ये जीव है तो मुसाफिर ही है। ते हे मुसाफिर, हे राही, तू ये झगड़ा छड्ड के परमात्मा का नाम रूपी रस पीना कर। दास हमेशा बेनती करदा, जिन्नी मेहनत किसे दिखावे ते पखंड करन ते करनी पैंदी है, उदों बहुत घट मेहनत अपने आप नूं शुद्ध करन विच पैंदी। इसलिए सानू पखंड कर्मां तो बचना चाहिए ते सच्चे मनों किरत करके नाम जपना ते वंड छकना चाहिए। इसलिए सारी गुरबाणी, सारा गुरु साहिबान का इतिहास सानू पखंडी बनन तो रोकदा है। और जो करो वो सच्चे मन नाल करो। सच्चे मन नाल कीती हुई भगती, सच्चे मन नाल कीती हुई सेवा, सच्चे मन नाल कीता होया जाप सानू लाहे देगा। वाहिगुरु जी का खालसा, वाहिगुरु जी की फतेह।